ਸਤਿ ਸ੍ਰੀ ਅਕਾਲ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਰਾਜ ਯੋਗਾ ਮੈਡੀਟੇਸ਼ਨ। ਨਾਮ ਹੀ ਹੈ ਕਿੰਗ ਆਫ ਯੋਗਾਸ। ਯੋਗਾ ਆਪਾਂ ਬਹੁਤ ਕਰਦੇ ਹਾਂ ਔਰ ਕਰਨਾ ਵੀ ਚਾਹੀਦਾ। ਉਸ ਯੋਗਾ ਦੇ ਵਿੱਚ ਫਿਜ਼ੀਕਲ ਐਕਸਰਸਾਈਜ਼ ਵੀ ਆ ਜਾਂਦੀਆਂ ਹਨ ਔਰ ਸਾਡੀ ਐਕਟੀਵਿਟੀ ਕਰਨਾ ਬਹੁਤ ਜ਼ਰੂਰੀ ਹੈ। ਕਿਉਂ ਮੈਂ ਇਸ ਤੋਂ ਪਹਿਲੇ ਆਪਣੇ ਐਪੀਸੋਡ ਦੇ ਵਿੱਚ ਦੱਸ ਚੁੱਕਿਆ ਹਾਂ ਕਿ ਜਦੋਂ ਤੱਕ ਜੀਵਨ ਹੈ, ਸੌਣ ਦੇ ਵਾਸਤੇ ਤਾਂ 6 ਘੰਟੇ ਹੀ ਕਾਫੀ ਹੈ। ਬਾਕੀ ਤਾਂ ਸਾਨੂੰ ਐਕਟੀਵਿਟੀ, एक्सरसाइज, व्यायाम और पैदल मार्च 25 तो 30 मिनट, अगर सेहत अच्छी है, उम्र ठीक है तो 45 मिनट बिल्कुल शांत चुप रहकर, कोई आवाज नहीं, चलते हुए भी मन करतार वाल और शरीर कर्म वाल। ਤਾਂ ਇਸ ਤਰੀਕੇ ਨਾਲ ਹੀ ਆਪਾਂ ਨੂੰ ਇਹ ਚੀਜ਼ ਵੀ ਜ਼ਰੂਰੀ ਹੈ। ਰਾਜ ਯੋਗਾ ਮੈਡੀਟੇਸ਼ਨ ਜੋ ਹੈ, ਇਸ ਦੀ ਪੂਰਨ ਵਿਧੀ ਨੂੰ ਜਾਣਨਾ ਹੈ। ਮੈਂ ਇਸ ਨੂੰ ਆਨਲਾਈਨ ਪੂਰਾ ਵਿਵਰਣ ਨਹੀਂ ਦੇ ਸਕਦਾ ਕਿਉਂਕਿ ਮੈਂ ਰਾਜ ਯੋਗਾ ਮੈਡੀਟੇਸ਼ਨ ਦਾ ਸਟੂਡੈਂਟ ਹਾਂ, ਨਾ ਕਿ ਮੈਂ ਰਾਜ ਯੋਗਾ ਮੈਡੀਟੇਸ਼ਨ ਦਾ ਟੀਚਰ। ਮੇਰੀ ਇੱਕ ਬੇਨਤੀ ਰਹੇਗੀ ਕਿ ਅਗਰ ਤੁਸੀਂ ਪੂਰਨ ਵਿਧੀ ਨੂੰ ਜਾਣ ਜਾਓ ਤਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਨਿਰੰਤਰ ਸ਼ਾਂਤੀ ਬਣਾ ਕੇ ਰੱਖ ਸਕਦੇ ਹੋ, ਆਪਣੇ ਪਰਿਵਾਰ ਨੂੰ ਇੱਕ ਖੁਸ਼ਮय ਪਰਿਵਾਰ ਬਣਾ ਸਕਦੇ ਔਰ ਧਨ ਸੰਪਤੀ ਦੂਜੇ ਨੰਬਰ ਤੇ ਆਉਂਦੀ ਹੈ ਔਰ ਹੈਲਥ ਪਹਿਲੇ ਨੰਬਰ ਤੇ। ਆਪਾਂ ਅੱਜ ਕੀ ਕੀਤਾ ਹੈ, ਆਪਾਂ ਧਨ ਸੰਪਤੀ ਨੂੰ ਪਹਿਲੇ ਨੰਬਰ ਤੇ ਰੱਖਿਆ, ਹੈਲਥ ਨੂੰ ਦੂਜੇ ਨੰਬਰ ਤੇ। ਆਪਾਂ ਕਹਿੰਦੇ ਹਾਂ ਹੈਲਥ, ਵੈਲਥ, ਹੈਪੀਨੈਸ ਔਰ ਪੀਸ ਆਫ ਮਾਈਂਡ। ਇਹ ਬਹੁਤ ਵੱਡੀ ਸੌਗਾਤ ਹੈ क्योंकि अजर अमर अविनाशी इमॉर्टल आत्मा की शक्ति की जरूरत ज्यादा है। शरीर की शक्ति तो दिन प्रति दिन कमजोर होती जाती है और एक दिन यह आता है कि शरीर के अंग आत्मा का साथ छड़ देंगे। आत्मा तीनों ही चीज़ों नाल ले करके ਕੀਤੇ ਕਰਮਾਂ ਦਾ ਫਲ, ਮਨ, ਬੁੱਧੀ ਤੇ ਸੰਸਕਾਰ, ਤਿੰਨਾਂ ਨੂੰ ਲੈ ਕਰਕੇ ਅਗਲੀ ਯਾਤਰਾ ਸ਼ੁਰੂ ਕਰਦੀ ਹੈ। ਇਸ ਤਰੀਕੇ ਨਾਲ ਹੀ ਅਸੀਂ ਅਨੇਕ ਯਾਤਰਾ ਕਰਦੇ ਕਰਦੇ ਔਰ ਆਪਣੀ ਆਤਮਾ ਦੀ ਵਿਸਮ੍ਰਿਤੀ ਦੇ ਕਾਰਨ, ਉਹਦੀ ਸਿਮਰਤੀ ਦੇ ਭੁੱਲਣ ਦੇ ਕਾਰਨ ਸਾਡਾ ਫੋਕਸ ਸਾਡੇ ਦੇਹ ਦੇ ਉੱਤੇ ਗਿਆ ਔਰ ਜਦੋਂ ਅਸੀਂ ਕਿਸੇ ਨੂੰ ਦੇਖਿਆ, ਫਿਰ ਅਸੀਂ ਰੰਗ ਭੇਦ, ਮਤ ਭੇਦ, ਧਰਮ ਭੇਦ ਔਰ ਕਾਲਾ ਗੋਰਾ, ਉਹਨਾਂ ਤੋਂ ਅਸੀਂ ਪ੍ਰਭਾਵਿਤ ਹੋਣ ਲੱਗੇ। ਇਹ ਸਾਡੇ ਪਤਨ ਵੱਲ ਜਾਣ ਦੀ ਪਹਿਲੀ ਸੀੜੀ ਸੀ। ਪਹਿਲਾਂ ਸ਼ੁਰੂਆਤ ਹੌਲੀ ਹੌਲੀ ਹੋਈ। ਅੱਜ ਅਸੀਂ ਗ੍ਰੌਸ ਕੌਨਸ਼ੀਅਸ ਦੇ ਵਿੱਚ। ਗ੍ਰੌਸ ਕੌਨਸ਼ੀਅਸ ਦਾ ਮਤਲਬ ਹੈ ਕਿ ਅੱਜ ਅਸੀਂ ਮੈਟੀਰੀਅਲਿਸਟ ਹਾਂ, ਭੌਤਿਕਵਾਦੀ ਹਾਂ, ਆਤਮ ਸਰੂਪ ਨੂੰ ਭੁੱਲ ਚੁੱਕੇ ਹਾਂ। ਕਿਸੇ ਮਾਰ ਡਾਕਟਰ ਨੇ ਕਿਹਾ ਹੈ ਕਿ $1 million has been spent for the health
ਫਿਜ਼ੀਕਲ ਹੈਲਥ, ਕਿ ਕਿੰਨਾ ਖਰਚਾ ਹੋ ਰਿਹਾ ਹੈ ਅੱਜ ਸਰੀਰ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ। ਪਰ ਨਾਟ ਏ ਸਿੰਗਲ ਪਾਈ, ਇੱਕ ਪਾਈ ਵੀ ਆਤਮਾ ਦੇ ਸਰੂਪ ਨੂੰ ਪਰਿਵਰਤਨ ਕਰ ਲੈ ਨਹੀਂ ਖਰਚੀ। ਅੱਜ ਇਹ ਜਿਹੜੀ ਵਿਧੀ ਆ ਰਹੀ ਹੈ, ਅਗਰ ਮੈਂ ਬ੍ਰਹਮਾ ਕੁਮਾਰੀ ਤੇ ਫਿਲਾਸਫੀ ਨੂੰ ਜਾਣਿਆ ਤਾਂ ਇਹਦੇ ਨਾਲ ਮੇਰੀ ਐਸੋਸੀਏਸ਼ਨ, ਇਹਦੇ ਨਾਲ ਮੇਰੀ ਆਤਮਾ ਦੀ ਜੀਵਨ ਯਾਤਰਾ ਦਾ ਸਪਸ਼ਟ ਨੌਲੇਜ ਮੈਨੂੰ ਹੋਇਆ ਕਿ ਇਸ ਟਾਈਮ ਦੇ ਉੱਤੇ ਮੈਨੂੰ ਆਤਮਾ ਨੂੰ ਐਨਰਜੈਟਿਕ ਕਰਨ ਦੀ ਜ਼ਰੂਰਤ ਹੈ। ਸਾਡੇ ਸ਼ਵੇਤਾ ਸ਼ਾਸਤਰਾਂ ਵਿੱਚ ਵੀ ਲਿਖਿਆ ਕਿ ਜਦੋਂ ਇਹ ਸ੍ਰਿਸ਼ਟੀ ਰਹਿਣ ਦੇ ਲਾਇਕ ਨਹੀਂ ਰਹਿੰਦੀ, ਇਹ ਸਾਰੇ ਮਤਭੇਦ, ਰੰਗ ਭੇਦ ਸਾਰੇ ਹੋ ਜਾਂਦੇ, ਤਾਂ ਮੈਂ ਆਪਣੀ ਸ੍ਰੇਸ਼ਟ ਮਤ, ਕਿਉਂਕਿ ਉਹ ਪਰਮ ਪੁਰਖ ਦੇ ਅੰਦਰ ਉਹ ਸਾਗਰ ਹੈ, ਓਸ਼ਨ ਆਫ ਨੌਲੇਜ ਕਹਿੰਦੇ ਆ, ਓਸ਼ਨ ਆਫ ਮਾਈਟ ਕਹਿੰਦੇ ਆ, ਸ਼ਕਤੀਆਂ ਦਾ ਸਾਗਰ ਹੈ, ਕੋਈ ਚੀਜ਼ ਦੀ ਵੀ ਕਮੀ ਨਹੀਂ। ਉਸ ਦੇ ਨਾਮ ਤੇ ਰੂਪ ਨੂੰ ਜਾਣਨਾ, ਉਹ ਸਾਡੀ ਤਰ੍ਹਾਂ ਸਰੀਰਧਾਰੀ ਨਹੀਂ ਹੈ। ਪਹਿਲਾਂ ਆਪਾਂ ਯੋਗ ਕਰਦੇ ਰਹੇ, ਮੈਂ ਹੁਣ ਤੱਕ ਵੀ ਜੋ ਯੋਗ ਕਰਦਾ ਸੀ, ਬ੍ਰਹਮਾ ਕੁਮਾਰੀ ਦੇ ਕੰਟੈਕਟ ਆਉਣ ਤੋਂ ਪਹਿਲੇ, ਕਿਸੇ ਲਾਈਟ ਦੇ ਉੱਤੇ ਇਕਾਗਰ ਕਰਨਾ, ਕਿਸੇ ਗੁਰੂ ਦੇ ਉੱਤੇ ਉਹਦੀ ਮਾਲਾ ਸਿਮਰਨ ਕਰਨੀ, ਪਰ ਸ਼ਕਤੀ ਦਾ ਅਨੁਭਵ ਨਹੀਂ ਹੋਇਆ। ਪਰ ਜਦੋਂ ਮੈਂ ਬ੍ਰਹਮਾ ਕੁਮਾਰੀ ਸੇ ਦੁਆਰਾ ਦਿੱਤੀਆਂ ਹੋਈਆਂ ਕੁਝ ਮਰਿਆਦਾ ਨੂੰ ਜੀਵਨ ਚ ਲੈ ਕੇ ਆਇਆ, ਜ਼ਿਆਦਾ ਕੋਈ ਵੱਡੀਆਂ ਨਹੀਂ ਸੀਗੀਆਂ, ਜੀਵਨ ਦੇ ਵਿੱਚ ਪਵਿੱਤਰਤਾ ਦੀ ਸ਼ਕਤੀ ਲੈ ਕੇ ਆਉਣੀ, ਔਰ ਖਾਣ ਪਾਣ ਦੇ ਵਿੱਚ ਸ਼ੁੱਧੀ ਲੈ ਕੇ ਆਉਣੀ, ਔਰ ਵਿਵਹਾਰ ਦੇ ਵਿੱਚ ਸ਼ੁੱਧੀ ਲੈ ਕੇ ਆਉਣੀ, ਇਹ ਗੱਲਾਂ ਦੇ ਉੱਤੇ ਮੇਰਾ ਵਿਚਾਰ ਗਿਆ। ਜੋ ਮੈਂ ਆਪਣੇ ਆਪ ਨੂੰ ਬਾਡੀ ਕੌਨਸ਼ੀਅਸ ਦੇ ਵਿੱਚ ਕਰਦਾ ਮਾਲਕ ਸਮਝਦਾ ਸੀ, ਔਰ ਗੁੱਸਾ ਕਰਦਾ ਸੀ, ਔਰ ਬੱਚਿਆਂ ਦੇ ਉੱਪਰ ਵੀ ਗੁੱਸਾ ਕਰਦਾ ਸੀ, ਔਰ ਮੈਂ ਇਹ ਆਪਣਾ ਨੂੰ ਅਧਿਕਾਰੀ ਸਮਝਦਾ ਸੀ। ਮੈਨੂੰ ਇਹ ਸਮਝ ਮਿਲੀ ਕਿ ਇਹਨਾਂ ਆਤਮਾ ਦਾ ਵੀ ਰੋਲ ਹੈ, ਇਹ ਉਸੇ ਦੀ ਸੰਤਾਨ ਹੈ, ਪਰ ਇਹ ਬੱਚੇ ਹੈ। ਅਗਰ ਪਤਨੀ ਦੇ ਰੋਲ ਨੂੰ ਵੀ ਮੈਂ ਦੇਖਿਆ, ਮੈਨੂੰ ਇਹ ਸਮਝ ਮਿਲੀ ਕਿ ਸਭ ਤੋਂ ਨਜ਼ਦੀਕ ਸਾਥੀ ਮੇਰਾ ਜੋ ਹੈ, ਜੋ ਮੇਰੀ ਮਦਦ ਕਰ ਸਕਦਾ ਹੈ, ਮੇਰੇ ਕੱਪੜਿਆਂ ਨੂੰ ਵਾਸ਼ ਕਰਦਾ ਹੈ, ਬਰਤਨਾਂ ਨੂੰ ਸਾਫ਼ ਕਰਦਾ ਹੈ, ਖਾਣਾ ਬਣਾਉਂਦਾ ਹੈ, ਔਰ ਸਾਰਾ ਦਿਨ ਇਸ ਵਿਅਸਤ ਰਹਿੰਦਾ ਹੈ, ਘਰ ਦੀ ਸਫਾਈ ਕਰਦਾ ਹੈ। ਮੈਂ ਉਸ ਦੇ ਨਾਲ ਨਫ਼ਰਤ ਦੇ ਸੰਬੰਧ ਨੂੰ ਕਾਇਮ ਕਰਾਂ, ਇਹ ਮੇਰੀ ਰਿਐਲਿਟੀ ਨਹੀਂ ਹੈ, ਮੇਰੀ ਇਹ ਸੱਤਿਅਤਾ ਨਹੀਂ ਹੈ। ਈਸ਼ਵਰ ਪਿਤਾ ਵੀ ਖੁਸ਼ ਉੱਥੇ ਹੁੰਦਾ ਹੈ ਜਦੋਂ ਉਹਦੇ ਬੱਚੇ ਆਪਸ ਦੇ ਵਿੱਚ ਹੀ ਪਿਆਰ ਨਾਲ ਰਹਿੰਦੇ। ਇਸ ਵਾਸਤੇ ਦੁੱਖ ਵੱਧਦੇ ਗਏ, ਨਫ਼ਰਤ ਵੱਧਦੀ ਗਈ, ਈਰਸ਼ਾ ਵੀ ਵੱਧਦੀ ਗਈ। ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਕੁਝ ਇਨਫੀਰੀਅਰਿਟੀ ਸੁਪੀਰੀਅਰਿਟੀ ਕੰਪਲੈਕਸ ਆਉਣਾ ਸ਼ੁਰੂ ਹੋਇਆ, ਜੋ ਅੱਜ ਚੱਲ ਰਿਹਾ। ਕਦੇ ਨਹੀਂ ਸੀ ਸੋਚਿਆ ਕਿ ਇਹਦਾ ਕੋਈ ਸਿਹਤ ਦੇ ਉੱਤੇ ਅਸਰ ਹੋਏਗਾ, ਕਦੇ ਇਹ ਨਹੀਂ ਸੀ ਸੋਚਿਆ ਕਿ ਅਭਿਮਾਨ ਕੋਈ ਬਿਮਾਰੀ ਹੈ, ਔਰ ਕਦੇ ਕ੍ਰੋਧ ਕਰਨਾ ਉਸ ਨੂੰ ਵੀ ਕਿਹਾ ਕਿ ਇਸ ਤੋਂ ਬਗੈਰ ਬੱਚੇ ਕੰਟਰੋਲ ਨਹੀਂ ਹੁੰਦੇ। ਪਰ ਜਿਉਂ-ਜਿਉਂ ਸਮਝ ਆਉਂਦੀ ਹੈ, ਮੈਡੀਕਲ ਪ੍ਰੋਫੈਸ਼ਨ ਹੋਣ ਦੇ ਕਾਰਨ
मैं समझ सकिया कि थॉट पैटर्न का, थॉट सिस्टम का संबंध हार्ट नाल भी है, बॉडी के सैलों नाल भी है और ब्रेन के सैलों नाल भी है। जे मैं गुस्से का विचार करता हाँ, मैं 10 मिनट 20 मिनट अद्धा घंटा गुस्सा कर सकता। अगर ये मेरी नैचुरल स्टेज होंदी तो मैनू ਇਹਦਾ कोई दुख नहीं होना सी। पर अद्धे घंटे तो मगरों जो मेरे शरीर के अंदर अशांति आई कि जो तनाव दे वाइब्रेशन मेरे शरीर दे विच गए, उन्होंने मैनू अशांत किया। तो मैनू अपने आप ठीक करने लई 2 घंटे 3 घंटे 4 घंटे रेस्ट की जरूरत पई। अगर मैं उस सिचुएशन उस घटना दूसरे रूप में समझ लेंदा कि घटना कोई भी किसी व्यक्ति को दुख नहीं दिंदी, घटना कदे किसी को तनाव क्रिएट नहीं करती। ये चीज मेरे मन में बिल्कुल आई कि मेरे जो टेंशन का कारण है वो दूसरा व्यक्ति नहीं है, मैं अपनी टेंशन अंदर क्रिएट कर दिंदा। ਜਦੋਂ ਅਸੀਂ ਆਪਣੇ अंदर टेंशन क्रिएट करते हाँ तो जो घटना सामने वापर रही है वो घटना नूं होर बल मिलता है कि साडे अंदर टेंशन वध रही है। और जदों कते वो घटना परिवर्तन हो करके किसी समय दूसरी घटना साडे सामने आउंदी है जो कि नैगेटिव है, फिर मैं पास्ट की घटना नूं भी नाल जोड़ दिंदा। हुण की होया, डबल प्रॉब्लम आ गई। अज दुनिया दे विच यही कुछ हो रहा कि दुख तो एक आदमी नूं हुंदा है और डेथ तो एक व्यक्ति की हुंदी है, पर उन्हां दे संबंधी एक दूसरे नूं मिल के अपनियां पुरानियां दुखां दीयां यादां नूं लैके उन्हां दा मन ओने वल जांदा है। फिर दुखी संसार दी वाइब्रेशन एक परिवार तो शुरू होती है जो समाज नाल जुड़ी हुई है, जो संबंधां नाल जुड़ी हुई है। आपां अज दे प्रश्न दे उत्ते कुछ विचार किया कि आपां ये शुरुआत अपने तो करनी है, अपने परिवार तो करनी है और इन्हां नूं असीं नैगेटिव तो पॉजिटिव बनाना है। और स्नेह की शक्ति, प्यार की शक्ति है ये आपां अपने परिवार च भी शुरू करांगे तां यह वाइब्रेशन पूरे संसार च जाणगियां, तां असीं संसार के सहयोगी बनांगे ते जो संसार नूं देवांगे वो संसार सानूं वापस कर देगा। अज दे टॉपिक नूं इत्थे विराम दिंदे होए मैं अगली कड़ी ते चालू रखांगा और इसके साथ ही सत श्री अकाल।